ਹੁਣ ਪਿੰਡਾਂ ਦੇ ਵਿੱਚ ਆਪਾਂ ਸ਼ਹਿਰੇ ਵਾਲੇ ਤੇ ਭੱਜੇ ਜਾਂਦੇ ਨਾ, ਕਿਸੇ ਵੇਲੇ ਪਿੰਡਾਂ 'ਚ ਅਸੀਂ ਪਹਿਲਾਂ ਰਹੇ, ਸਾਨੂੰ ਪਤਾ ਵੀ ਡਾਕਟਰ ਦੀਆਂ ਦੁਕਾਨਾਂ ਬੰਦ ਹੁੰਦੀਆਂ, ਉਧਰੋਂ ਬੱਚੇ ਨੂੰ ਖਾਂਸੀ ਜ਼ੁਕਾਮ ਜ਼ਿਆਦਾ ਹੋਇਆ ਹੁੰਦਾ, ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ, ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ। ਦੇਖ ਲਓ ਇੰਨਾ ਕੁ ਟਾਈਮ ਲੱਗਣਾ ਵੀ ਜਿੰਨਾ ਕੁ ਟਾਈਮ ਤੁਸੀਂ ਸਕੂਟਰ ਮੋਟਰਸਾਈਕਲ ਸਟਾਰਟ ਕਰੋਗੇ, ਫਿਰ ਤੁਸੀਂ ਡਾਕਟਰ ਕੋਲ ਜਾਓਗੇ, ਉੱਥੇ ਲੈਣਾ 'ਚ ਲੱਗਣਾ ਪੈਂਦਾ, ਉੱਥੇ ਬਾਹਲਾ ਟਾਈਮ ਲੱਗਦਾ। ਪਰ ਇਹ ਮੋਟਰਸਾਈਕਲ ਸਕੂਟਰ ਸਟਾਰਟ ਕਰਦਿਆਂ ਹੀ ਤੁਸੀਂ ਜਿਹੜੀ ਦਵਾਈ ਆ ਬਣਾ ਸਕਦੇ ਹੋ। ਤੇ ਬਜ਼ੁਰਗਾਂ ਨੂੰ ਵੀ ਦਿੱਤੇ ਜਾਂਦੇ ਸੀਗੇ। ਸੋ ਅੱਗ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਗੈਸ ਤੇ ਹੀ ਉਹਨੂੰ ਸਾੜ ਲਓ, ਉਹਦੇ ਨਾਲ ਫਾਇਦੇ ਦੀ ਜਗ੍ਹਾ ਨੁਕਸਾਨ ਹੋਊਗਾ। ਸੋ ਇਸ ਕਰਕੇ ਤੁਸੀਂ ਜਿਹੜੀ ਅੱਗ ਤੇ ਹੀ ਸ਼ਵਾਰਿਆਂ ਨੂੰ ਭੁੰਨਣਾ ਹੈ। ਬਾਕੀ ਤੁਹਾਨੂੰ ਪਤਾ ਹੀ ਆ ਵੀ ਜਿਵੇਂ ਕਰੋਨਾ ਦੇ ਵਿੱਚ ਕੀ ਹਾਲ ਹੋਇਆ ਸੀਗਾ, ਵੀ ਵੱਡੇ ਵੱਡੇ ਮਹਾਰਥੀ ਜਿਵੇਂ ਮਿਲਖਾ ਸਿੰਘ ਵਰਗੇ, ਉਹਨਾਂ ਨੇ ਬਸ ਕਰੋਨੇ ਦੀ ਭੇਟ ਚਾੜ ਦਿੱਤੇ ਆ। ਕਈਆਂ ਦੇ ਕੱਲੇ ਮਾਵਾਂ ਦੇ ਪੁੱਤ ਸੀਗੇ ਜਿਹੜੇ ਕਰੋਨਾ ਦੀ ਭੇਟ ਚੜ ਚੁੱਕੇ ਆ। ਰਾਤ ਹੀ ਆਪਣੇ ਪੇਸ਼ੈਂਟ ਨੂੰ ਮਿਲ ਕੇ ਆਏ ਆ, ਤੇ ਮਗਰ ਜਦੋਂ ਘਰੇ ਆਏ ਆ ਤੇ ਘਰੇ ਮਗਰ ਫੋਨ ਆ ਗਿਆ ਜੀ ਉਹਨਾਂ ਦੀ ਡੈਥ ਹੋ ਗਈ। ਐਡੀ ਛੇਤੀ ਕਿਵੇਂ, ਮੈਨੂੰ ਇਹ ਦੱਸੋ ਵੀ ਐਵੇਂ ਕਿਵੇਂ ਹੋ ਸਕਦਾ। ਕਈ ਵੱਡੇ ਜਿਹੜੇ ਲੋਕ ਸੀਗੇ ਉਹ ਇਸ ਚੀਜ਼ ਦੇ ਨਾਲ ਜੂਝਦੇ ਵਿਚਾਰੇ ਮਰ ਚੁੱਕੇ ਨੇ। हेलो फ्रेंड्स, सत श्री अकाल, नमस्ते, आदाब, राम राम, जय माता दी। कैसे हो सब? स्वागत है तुहाडा सारिਆਂ ਦਾ मेरे चैनल रूप ब्लॉगर ते। फ्रेंड शुरू करते हैं आज की वीडियो। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਵਾਂਗੇ ਜ਼ਰੂਰੀ ਜਾਣਕਾਰੀ, ਕਿਉਂਕਿ ਬਾਹਰ ਜਿਹੜਾ ਮੌਸਮ ਬਹੁਤ ਹੀ ਜ਼ਿਆਦਾ ਠੰਡਾ ਹੁੰਦਾ ਜਾ ਰਿਹਾ। ਇੱਕ ਤੇ ਹੋਵੇ ਬਾਰਿਸ਼ ਪੈ ਗਈ ਤਾਂ ਫਿਰ ਮੌਸਮ ਠੰਡਾ ਹੁੰਦਾ, ਤੇ ਫਿਰ ਉਹਦੇ ਨਾਲ ਜਿਹੜੀਆਂ ਦਿੱਕਤਾਂ ਪ੍ਰੋਬਲਮ ਘੱਟ ਆਉਂਦੀਆਂ ਨੇ। ਜਦੋਂ ਸੁੱਕੀ ਜੀ ਠੰਡ ਪਈ ਜਾਂਦੀ ਹੈ ਤੇ ਇਹਦੇ ਨਾਲ ਜਿਹੜੀ ਅੱਜ ਕੱਲ ਬਿਮਾਰੀਆਂ ਬਹੁਤ ਲੱਗ ਰਹੀਆਂ। ਹਰ ਦੂਸਰੇ ਘਰ ਦੇ ਵਿੱਚ ਤੁਸੀਂ ਦੇਖੋ ਖਾਂਸੀ ਜ਼ੁਕਾਮ, ਤੇ ਇੱਕ ਹੋਰ ਕਹਿੰਦੇ ਕਰੋਨਾ ਨਵਾਂ ਇੱਕ ਤੁਰਿਆ ਆ ਰਿਹਾ ਹੈ। ਉਹ ਇਸੇ ਕਰਕੇ ਕਿਉਂਕਿ ਸਾਰਿਆਂ ਨੂੰ ਜਿਵੇਂ ਖੰਘ ਜ਼ੁਕਾਮ ਜਿਹਾ ਹੋ ਜਾਂਦਾ, ਵਾਇਰਸ ਜਦੋਂ ਇਹ ਜ਼ਿਆਦਾ ਫੈਲ ਜਾਂਦਾ, ਉਸ ਚੀਜ਼ ਨੂੰ ਜਿਹੜਾ ਰੂਪ ਆ ਕਰੋਨਾ ਦਾ ਡਾਕਟਰ ਦੇ ਦਿੰਦੇ ਨੇ। ਕਰੋਨਾ ਤੇ ਸ਼ੁਰੂ ਤੋਂ ਹੀ ਆ ਰਿਹਾ, ਯਾਨੀ ਕਿ ਖੰਘ ਜ਼ੁਕਾਮ ਤੇ ਸ਼ੁਰੂ ਤੋਂ ਹੁੰਦੇ ਆ ਲੱਗਦੇ ਆ ਰਹੇ ਆ। ਜਦੋਂ ਵਾਇਰਸ ਬੰਦੇ ਦੇ ਅੰਦਰ ਜ਼ਿਆਦਾ ਵੱਧ ਜਾਂਦਾ ਨਾ, ਉਹ ਬਿਮਾਰੀ ਦਾ ਇੱਕ ਨਾਮ ਦਿੱਤਾ ਜਾਂਦਾ ਉਹਨੂੰ। ਤੇ ਬਾਕੀ ਇਹ ਜਿਹੜਾ ਪਿੱਛੇ ਕਰੋਨਾ ਲੰਘ ਕੇ ਗਿਆ, ਉਹ ਵੀ ਤੁਹਾਨੂੰ ਆਮ ਹੀ ਜਿਹੜੇ ਸਿਆਣੇ ਲੋਕ ਉਹਨਾਂ ਨੂੰ ਪਤਾ ਹੋਊਗਾ ਵੀ ਪਹਿਲਾਂ ਵੀ ਲੋਕ ਬਹੁਤ ਬਿਮਾਰ ਹੁੰਦੇ ਸੀਗੇ। ਪਰ ਇੰਨਾ ਵੀ ਹੁਣ ਇੱਕ ਚੀਜ਼ ਨੂੰ ਹਊਆ ਬਣਾ ਦਿੱਤਾ ਜਾਂਦਾ। ਡਾਕਟਰਾਂ ਦਾ ਇੱਕ ਪੈਸਾ ਕਮਾਉਣ ਦਾ ਜਿਹੜਾ ਜ਼ਰੀਆ ਹੁੰਦਾ ਵਾ, ਵੀ ਤੁਹਾਨੂੰ ਕਰੋਨਾ ਵਾ, ਬੰਦਾ ਡਰਦਾ ਵਾ। ਜਿਹੜਾ ਨਹੀਂ ਲੈ ਕੇ ਆਊ ਨਾ ਮੈਡੀਸਿਨ, ਉਹ ਵੀ ਡਰਦਾ ਜਾਊਗਾ ਵੀ ਕਿਤੇ ਮੈਨੂੰ ਇਹੋ ਜਿਹੀ ਚੀਜ਼ ਨਾ ਹੋ ਜਾਏ ਵੀ ਮੈਡੀਸਿਨ ਲੈ ਕੇ ਆਵਾਂ। ਫਿਰ ਉਹ ਮੈਡੀਸਿਨ ਦਿੰਦੇ ਹੋ, ਇੱਕ ਖਾ ਕੇ ਦੂਸਰਾ ਰੋਗ ਲੱਗਦਾ, ਫਿਰ ਦੋ ਖਾਓਗੇ ਉਹਦੇ ਹੋਰ ਤੀਸਰਾ ਹੋਰ ਲੱਗੂਗਾ। ਸੋ ਉਹਦੇ ਨਾਲੋਂ ਆਪਾਂ ਤੁਹਾਨੂੰ ਨੇਚਰ ਨਾਲ ਹੀ ਜੋੜਦੇ ਹਾਂ ਵੀ ਤੁਸੀਂ ਨੇਚਰ ਨਾਲ ਜੁੜੋ। ਜਿਹੜੀਆਂ ਨੈਚੁਰਲ ਚੀਜ਼ਾਂ ਵਾ ਉਹਨਾਂ ਦੇ ਨਾਲ ਠੀਕ ਹੋਣ ਦੀ ਕੋਸ਼ਿਸ਼ ਕਰੋ। ਜਿਵੇਂ ਆਪਾਂ ਚੈਨਲ ਤੇ ਪਹਿਲਾਂ ਇੱਕ ਕਾੜਾ ਬਣਾ ਕੇ ਵੀ ਤੁਹਾਨੂੰ ਦੱਸਿਆ ਸੀਗਾ ਵੀ ਤੁਸੀਂ ਹਮੇਸ਼ਾ ਘਰੇ, ਜਿਵੇਂ ਸਰਦੀਆਂ ਸ਼ੁਰੂ ਹੋ ਚੁੱਕੀਆਂ ਨੇ, ਤੇ ਤੁਸੀਂ ਕਾੜਾ ਜਿਹੜਾ ਬੱਚਿਆਂ ਨੂੰ ਬਣਾ ਕੇ ਦਿਆ ਕਰੋ। ਮੈਂ ਖੁਦ ਵੀ ਉਹ ਕਾੜਾ ਪੀਂਦੀ ਹਾਂ, ਤੇ ਆਪਾਂ ਤੁਹਾਨੂੰ ਉਹ ਜਿਹੜਾ ਤਰੀਕਾ ਬਣਾਉਣ ਦਾ, ਚਾਹੇ ਉਹਦੇ ਵਿੱਚ ਕਿਹੜਾ ਸਮਾਨ ਪੈਣਾ, ਉਹ ਸਾਰੇ ਵੀਡੀਓ ਆਪਾਂ ਚੈਨਲ ਤੇ ਤਿਆਰ ਕਰਕੇ ਪਾਈ ਹੈ। ਤੁਸੀਂ ਮੇਰੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਪਾਂ ਦੇਸੀ ਕਾੜਾ ਘਰੇ ਬਣਾ ਸਕਦੇ ਹਾਂ। ਚਾਹੇ ਜਿਵੇਂ ਮਾਰਕੀਟ ਦੇ ਵਿੱਚੋਂ ਕਾੜੇ ਮਿਲਦੇ ਨੇ, ਜਿਨ੍ਹਾਂ ਨੇ ਨਹੀਂ ਬਣਾਉਣੇ, ਮਾਰਕੀਟ ਦੇ ਵਿੱਚੋਂ ਕਾੜੇ ਲਿਆ ਕੇ ਵੀ ਤੁਸੀਂ ਬਣਾ ਕੇ ਉਹ ਪੀ ਸਕਦੇ ਹੋ। ਦੂਜੀਆਂ ਦਵਾਈਆਂ ਦੇਖੋ, ਜੇ ਕੋਈ ਬੱਚਾ ਵਾ ਜਾਂ ਕੋਈ ਸਿਆਣਾ ਕਹਿ ਦਿੰਦਾ ਵੀ ਕਾੜਾ ਜਿਹੜਾ ਜੀ ਕੌੜਾ ਹੁੰਦਾ, ਜੇ ਦਵਾਈ ਆਪਾਂ ਖਾਂਦੇ ਹੋ ਵੀ ਤਾਂ ਕੌੜੀ ਹੁੰਦੀ ਆ ਨਾ, ਉਹੀ ਨੱਕ ਮੂੰਹ ਘੁੱਟ ਕੇ ਤੁਸੀਂ ਕਾੜਾ ਵੀ ਪੀ ਸਕਦੇ ਹੋ। ਤੇ ਕਾੜੇ ਨੇ ਜਿਹੜਾ ਦਵਾਈਆਂ ਦੇ ਵਾਂਗੂ ਵਿਗਾੜਨਾ ਨਹੀਂ ਆ, ਸਵਾਰਨਾ ਹੀ ਆ ਵੱਧ ਤੁਹਾਡੇ ਸਰੀਰ ਦੇ ਵਿੱਚ। ਸੋ ਇਹਨਾਂ ਨੇਚਰ ਜਿਹੜੀਆਂ ਚੀਜ਼ਾਂ ਆਪਾਂ ਤੁਹਾਨੂੰ ਦੱਸਦੇ ਆ ਕਿ ਕੁਦਰਤੀ ਚੀਜ਼ਾਂ ਦੇ ਨਾਲ ਠੀਕ ਹੋਣ ਦੀ ਕੋਸ਼ਿਸ਼ ਕਰਿਆ ਕਰੋ। ਘਰੇਲੂ ਨੁਸਖੇ ਪਹਿਲਾਂ ਜਿਹੜਾ ਅਪਣਾ ਲਿਆ ਕਰੋ, ਕਿਉਂਕਿ ਇਹ ਜਿਹੜਾ ਖਾਂਸੀ ਜ਼ੁਕਾਮ ਆ ਨਾ, ਇਹ ਤੁਸੀਂ ਦੇਖਿਆ ਕਰੋ ਤੀਜੇ ਦਿਨ ਜਾ ਕੇ ਫਰਕ ਪੈਂਦਾ ਵਾ। ਇਹਨੇ ਇੱਕ ਵਾਰੀ ਪੂਰਾ ਆਪਦਾ ਜ਼ੋਰ ਪਾਉਣਾ ਵਾ, ਬੁਖਾਰ ਵੀ ਤੁਹਾਨੂੰ ਹੋਣਾ ਵਾ, ਤੇ ਉਸ ਤੋਂ ਬਾਅਦ ਜਿਹੜਾ ਹੌਲੀ ਹੌਲੀ ਠੀਕ ਹੋ। ਚਾਹੇ ਤੁਸੀਂ ਮੈਡੀਸਨ ਵੀ ਲੈ ਲਓ ਤਾਂ ਵੀ, ਜਿਵੇਂ ਆਮ ਬੀਬੀਆਂ ਕਹਿੰਦੀਆਂ ਹੁੰਦੀਆਂ ਸੀ, ਇਹ ਜ਼ੁਕਾਮ ਆ ਜ਼ੋਰ ਪਾ ਕੇ ਹਟੂਗਾ। ਸੋ ਅੱਜ ਜਿਹੜੀ ਆਪਾਂ ਵੀਡੀਓ ਦੱਸ ਰਹੇ ਹਾਂ, ਉਹਦੇ ਵਿੱਚ ਆਪਾਂ ਤੁਹਾਨੂੰ ਇੱਕ ਮੈਡੀਸਿਨ ਜਿਹੜੀ ਹੈ, ਯਾਨੀ ਕਿ ਦਵਾਈ ਦੇਸੀ ਦੱਸ ਰਹੇ ਹਾਂ ਕਿ ਆਪਾਂ ਘਰੇ ਕਿਵੇਂ ਤਿਆਰ ਕਰ ਸਕਦੇ ਹਾਂ। ਖਾਂਸੀ ਜ਼ੁਕਾਮ, ਜਿਵੇਂ ਅੱਜ ਕੱਲ੍ਹ ਛੋਟੇ ਬੱਚੇ ਆ, ਉਹ ਜਿਵੇਂ ਕੌੜੀ ਦਵਾਈ ਨਹੀਂ ਖਾਂਦੇ, ਤੇ ਤੁਸੀਂ ਉਹਨਾਂ ਨੂੰ ਉਹ ਦਵਾਈ ਜਿਹੜੀ ਘਰੇ ਬਣਾ ਕੇ ਦੇ ਸਕਦੇ ਹੋ। ਆਪਾਂ ਥੋੜੀ ਜਿਹੀ ਉਂਗਲ ਤੇ ਲਾ ਕੇ ਛੋਟੇ ਬੱਚੇ ਨੂੰ ਵੀ ਚਟਾ ਸਕਦੇ ਹਾਂ। ਜਿਵੇਂ ਛੋਟੇ ਤੋਂ ਛੋਟੇ ਬੱਚੇ ਨੂੰ ਜੇ ਖਾਂਸੀ ਜ਼ੁਕਾਮ ਲੱਗਾ ਹੋਇਆ, ਤੇ ਤੁਸੀਂ ਉਹਦੇ ਵਾਸਤੇ ਵੀ ਵਰਤ ਸਕਦੇ ਹੋ, ਤੇ ਵੱਡੇ ਵੀ ਇਸ ਦਵਾਈ ਨੂੰ ਵਰਤ ਸਕਦੇ ਆ। ਉਹਦੇ ਵਾਸਤੇ ਜਿਹੜੀਆਂ ਘਰੇਲੂ ਚੀਜ਼ਾਂ ਆਪਾਂ ਸਾਰੀਆਂ ਵਰਤਾਂਗੇ, ਤੇ ਬਿਲਕੁਲ ਸਿੰਪਲ ਤਰੀਕੇ ਤੇ ਸੌਖੇ ਤਰੀਕੇ ਨਾਲ ਜਿਹੜੀ ਉਹ ਦਵਾਈ ਤਿਆਰ ਹੋ ਜਾਂਦੀ ਆ। ਜਿਹੜੀ ਆਪਾਂ ਇਹ ਦਵਾਈ ਬਣਾ ਰਹੇ ਆ, ਇਹਦੇ ਨਾਲ ਦੀਆਂ ਦਵਾਈਆਂ ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ ਆਉਂਦੀਆਂ ਹੁੰਦੀਆਂ ਸੀਗੇ। ਸ਼ਾਇਦ ਅੱਜ ਕੱਲ੍ਹ ਵੀ ਨਜ਼ਲੀ ਵਗੈਰਾ ਆਉਂਦੀ ਹੋਵੇ। ਇੱਕ ਪ੍ਰਸ਼ਾਸਾ ਸੀਗਾ, ਉਹ ਤੇ ਸ਼ਾਇਦ ਬੰਦ ਹੋ ਚੁੱਕੀ ਆ। ਉਹ ਜਿਹੜੀਆਂ ਮੈਡੀਸਿਨ ਆਉਂਦੀਆਂ, ਉਹਦੇ ਵਿੱਚ ਦੇਸੀ ਜਿਹੜੀ ਬੂਟੀਆਂ ਚ ਦੇਸੀ ਮਸਾਲੇ ਪਾ ਕੇ ਜਿਹੜੀ ਦਵਾਈ ਬਣਾਈ ਹੁੰਦੀ ਸੀਗੀ। ਉਹਦੀ ਕੀਮਤ ਹੁੰਦੀ ਸੀਗੀ 500-600 ਦੇ ਉੱਪਰ, ਕਿਉਂਕਿ ਇੰਨੀ ਕੁ ਕੀਮਤ ਦੀ ਹੁੰਦੀ ਸੀ। ਉਹ ਇਸ ਕਰਕੇ ਇੰਨੀ ਕੀਮਤ ਦੀ ਹੁੰਦੀ ਸੀ, ਮਸਾਲਿਆਂ ਦੇ ਨਾਲ ਨਾਲ ਉਹਦੇ ਵਿੱਚ ਜਿਵੇਂ ਸੋਨੇ ਤੇ ਚਾਂਦੀ ਦੇ ਕਵਰ ਦਾ ਵੀ ਥੋੜਾ ਜਿਹਾ ਇਸਤੇਮਾਲ ਕੀਤਾ ਜਾਂਦਾ ਸੀਗਾ। ਦੂਜੀ ਗੱਲ ਆ ਵੀ ਉਹਦੇ ਵਿੱਚ ਜਿਹੜਾ ਫੀਮ ਦਾ ਵੀ ਥੋੜਾ ਜਿਹਾ ਇਸਤੇਮਾਲ ਕੀਤਾ ਜਾਂਦਾ ਸੀਗਾ। ਸੋ ਉਹ ਕਈ ਲੋਕ ਨਸ਼ੇ ਦੇ ਰੂਪ ਦੇ ਵਿੱਚ ਉਹਨੂੰ ਇਸਤੇਮਾਲ ਕਰਨ ਲੱਗ ਪਏ। ਜਿਵੇਂ ਕਈ ਕਫ ਬਣੇ ਸੀਗੇ ਖਾਂਸੀ ਵਾਸਤੇ, ਉਹ ਨਸ਼ੇ ਦੇ ਰੂਪ ਦੇ ਵਿੱਚ ਜਿਹੜੇ ਇਸਤੇਮਾਲ ਕਰਦੇ, ਤੇ ਉਹ ਬੰਦ ਹੋ ਚੁੱਕੇ ਨੇ। ਸੋ ਇਸੇ ਕਰਕੇ ਉਹ ਪ੍ਰਸ਼ਾਸਾ ਜਿਹੜੀ ਮੈਡੀਸਿਨ ਆ, ਦਵਾਈ ਦੇਸੀ, ਉਹ ਵੀ ਬੰਦ ਹੋ ਚੁੱਕੀ ਹੈ। ਵੀ ਉਹਨੂੰ ਲੋਕ ਜ਼ਿਆਦਾ ਨਸ਼ੇ ਦੇ ਤੌਰ ਤੇ ਵਰਤਦੇ ਸੀਗੇ।
ਪਰ ਉਸ ਤੋਂ ਬਾਅਦ ਮੈਂ ਉਹਦੇ ਉੱਤੇ ਨਾ ਪੜਿਆ ਸਾਰਾ ਕੁਝ ਵੀ ਇਹਦੇ ਵਿੱਚ ਪਾਇਆ ਕੀ ਹੈ, ਕੀ ਕੀ ਕੀਤਾ ਵਾ। ਚਲੋ ਆਪਾਂ ਸੋਨਾ ਚਾਂਦੀ ਦਾ ਕਵਰ ਤੇ ਨਹੀਂ ਪਾ ਰਹੇ ਆਪਾਂ, ਤੇ ਬਾਕੀ ਜਿਹੜੇ ਮਸਾਲੇ ਆ ਉਹ ਸਾਰਾ ਆਪਾਂ ਉਹਦੇ ਵਿੱਚ ਐਡ ਕਰਕੇ ਅੱਜ ਉਹ ਮੈਡੀਸਿਨ ਬਣਾਵਾਂਗੇ। तो ਕਿਹੜੇ ਆਪਾਂ ਮਸਾਲੇ ਲੈਣੇ ਆ, ਕਿਸ ਤਰ੍ਹਾਂ ਉਹ ਚੀਜ਼ ਨੂੰ ਬਣਾਉਣਾ, ਕਿੰਨੀ ਕੁਆਂਟੀਟੀ ਦੇ ਵਿੱਚ ਉਹ ਮਸਾਲੇ ਲੈਣੇ ਆ, ਉਹ ਸਾਰੇ ਆਪਾਂ ਤੁਹਾਨੂੰ ਅੱਜ ਦੀ ਵੀਡੀਓ 'ਚ ਦੱਸਾਂਗੇ। ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦੱਬ ਕੇ ਕਰ ਦਿਓ ਜੇ, ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ, ਕਿਉਂਕਿ ਬਹੁਤ ਲੋਕ ਇਹ ਚੀਜ਼ ਦੇ ਨਾਲ ਜੂਝਦੇ ਪਏ ਨੇ, ਖਾਂਸੀ ਜ਼ੁਕਾਮ ਦੇ ਨਾਲ। ਹੁਣ ਤੁਹਾਨੂੰ ਮੈਂ ਪਿਛਲੇ ਸਾਲ ਦੀ ਗੱਲ ਦੱਸਦੀ ਹਾਂ ਕਿ ਸਾਡੇ ਘਰ ਦੇ ਮੈਂਬਰਾਂ ਨੂੰ ਖਾਂਸੀ ਜ਼ੁਕਾਮ ਹੋ ਗਿਆ ਪੂਰਾ। ਅਸੀਂ ਡਾਕਟਰ ਦੇ ਕੋਲ ਨਹੀਂ ਗਏ, ਕਿਉਂਕਿ ਜੇ ਅਸੀਂ ਡਾਕਟਰ ਕੋਲ ਜਾਂਦੇ ਉਹਨਾਂ ਨੇ ਕਰੋਨਾ ਦਾ ਰੂਪ ਦੇਣਾ ਸੀ, ਚਾਹੇ ਉੱਥੇ ਦਾਖਲ ਕਰ ਲੈਣਾ ਸੀਗਾ। ਅਸੀਂ ਸਿਰਫ ਜਿਹੜਾ ਮੈਂ ਤੁਹਾਨੂੰ ਕਾੜਾ ਦੱਸਿਆ ਸੀ ਉਹ ਕਾੜਾ ਬਣਾ ਕੇ, ਚਾਹੇ ਜਿਹੜੀ ਮੈਡੀਸਿਨ ਦਾ ਇਸਤੇਮਾਲ ਕਰਕੇ, ਭਾਫ ਵਗੈਰਾ ਘਰੇ ਲੈ ਕੇ ਆਪਣੇ ਆਪ ਨੂੰ ਜਿਹੜਾ ਠੀਕ ਕੀਤਾ। ਯਾਨੀ ਕਿ ਅਸੀਂ ਘਰ ਦੇ 2 ਮੈਂਬਰ ਆਪਣੇ ਆਪ ਹੀ ਅਸੀਂ ਉਹ ਜਿਹੜੇ ਠੀਕ ਕੀਤੇ। ਵੀ ਜੇ ਡਾਕਟਰ ਕੋਲ ਜਾਂਦੇ ਆ ਤੇ ਉਹਨਾਂ ਨੇ ਸਾਨੂੰ ਕਰੋਨਾ ਦੇ ਰੂਪ ਦੇ ਵਿੱਚ ਦਾਖਲ ਹੀ ਕਰ ਲੈਣਾ ਸੀ ਉੱਥੇ, ਇੰਨਾ ਜ਼ਿਆਦਾ ਖਾਂਸੀ ਜ਼ੁਕਾਮ ਹੋਇਆ ਸੀਗਾ। ਬਾਕੀ ਤੁਹਾਨੂੰ ਪਤਾ ਹੀ ਆ ਵੀ ਜਿਵੇਂ ਕਰੋਨਾ ਦੇ ਵਿੱਚ ਕੀ ਹਾਲ ਹੋਇਆ ਸੀਗਾ, ਵੀ ਵੱਡੇ ਵੱਡੇ ਮਹਾਰਥੀ ਜਿਵੇਂ ਮਿਲਖਾ ਸਿੰਘ ਵਰਗੇ, ਉਹਨਾਂ ਨੇ ਬਸ ਕਰੋਨੇ ਦੀ ਭੇਟ ਚਾੜ ਦਿੱਤੇ ਆ। ਕਈਆਂ ਦੇ ਕੱਲੇ ਕੱਲੇ ਮਾਵਾਂ ਦੇ ਪੁੱਤ ਸੀਗੇ ਜਿਹੜੇ ਕਰੋਨਾ ਦੀ ਭੇਟ ਚੜ ਚੁੱਕੇ ਆ। ਸੋ ਕੀ ਆਪਾਂ ਉਸ ਚੀਜ਼ ਨੂੰ ਫੁੱਲਣਾ ਵਾ, ਜਿਨ੍ਹਾਂ ਦੇ ਨਾਲ ਹੋਈ ਉਹਨਾਂ ਨੂੰ ਪਤਾ ਵਾ। ਵੀ ਕਈ ਇਹੋ ਜਿਹੇ ਦੱਸਦੇ ਸੀਗੇ ਵੀ ਅਸੀਂ ਰਾਤ ਹੀ ਆਪਣੇ ਪੇਸ਼ੈਂਟ ਨੂੰ ਮਿਲ ਕੇ ਆਏ ਆ, ਤੇ ਮਗਰ ਜਦੋਂ ਘਰੇ ਆਏ ਆ ਤੇ ਘਰੇ ਮਗਰ ਫੋਨ ਆ ਗਿਆ ਜੀ ਉਹਨਾਂ ਦੀ ਡੈਥ ਹੋ ਗਈ। ਐਡੀ ਛੇਤੀ ਕਿਵੇਂ, ਮੈਨੂੰ ਇਹ ਦੱਸੋ ਵੀ ਐਵੇਂ ਕਿਵੇਂ ਹੋ ਸਕਦਾ। ਕਈ ਵੱਡੇ ਵੱਡੇ ਜਿਹੜੇ ਲੋਕ ਸੀਗੇ ਉਹ ਇਸ ਚੀਜ਼ ਦੇ ਨਾਲ ਜੂਝਦੇ ਵਿਚਾਰੇ ਮਰ ਚੁੱਕੇ ਨੇ। ਸੋ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਨੂੰ ਸੋਚਣ ਦੀ ਲੋੜ ਹੁੰਦੀ ਆ ਵੀ ਇਹ ਚੀਜ਼ ਜਿਹੜੀ ਆ ਉਹ ਪਹਿਲੀ ਗੱਲ ਤੇ ਹੋਵੇ ਹੀ ਨਾ। ਤੁਸੀਂ ਬੱਚਿਆਂ ਨੂੰ ਜਦੋਂ ਖਾਣਾ ਦਿੰਦੇ ਹੋ, ਗਰਮ ਗਰਮ ਖਾਣਾ ਦਿੰਦੇ ਹੋ, ਉਹਨਾਂ ਨੂੰ ਠੰਡੇ ਪਾਣੀ ਤੋਂ ਰੋਕੋ। ਤੁਸੀਂ ਕੋਈ ਚੀਜ਼ ਇਹੋ ਜਿਹੀ ਨਾ ਤੁਸੀਂ ਬੱਚਿਆਂ ਨੂੰ ਦਿਓ ਜਿਹਦੇ ਨਾਲ ਖਾਂਸੀ ਜ਼ੁਕਾਮ ਹੁੰਦੇ ਆ। ਹਾਂ, ਜੇ ਮੌਸਮ ਦੇ ਅਕੋਰਡਿੰਗ ਕਦੀ ਕਦੀ ਹੋ ਹੀ ਜਾਂਦਾ ਵਾ, ਜਿਵੇਂ ਆਪਾਂ ਬਾਹਰ ਨਿਕਲਦੇ ਆ ਗਰਮ ਸਰਦ ਹੋ ਜਾਂਦੇ ਆ, ਤੇ ਫਿਰ ਤੁਸੀਂ ਇਹੋ ਜਿਹੀਆਂ ਨਿੱਕੀ ਨਿੱਕੀ ਚੀਜ਼ਾਂ ਜਿਹੜੀਆਂ ਘਰੇ ਨੁਸਖੇ ਜਿਹੜੇ ਆਪ ਅਪਣਾ ਕੇ ਘਰੇ ਬੱਚਿਆਂ ਨੂੰ ਵੀ ਠੀਕ ਕਰ ਸਕਦੇ ਹੋ, ਆਪਣੇ ਆਪ ਵੀ ਤੁਸੀਂ ਠੀਕ ਹੋ ਸਕਦੇ ਹੋ। ਨਾਲੇ ਜਿਵੇਂ ਆਪਾਂ ਚੈਨਲ ਤੇ 2 ਹੋਰ ਵੀਡੀਓ ਬਣਾ ਕੇ ਪਾਈਆਂ ਵੀ ਦੁੱਧ ਦੀ ਜ਼ਿਆਦਾ ਖਾਂਸੀ ਜ਼ੁਕਾਮ ਆ ਤੇ ਤੁਸੀਂ ਦੁੱਧ ਹੀ ਬਣਾ ਕੇ ਪੀ ਸਕਦੇ ਹੋ। ਚਾਹੇ ਜਿਹੜਾ ਪਰਸੋਂ ਤੁਸੀਂ ਵੀਡੀਓ ਦੇਖੀ ਆ ਦੁੱਧ ਜਿਹੜਾ ਆਪਾਂ ਹੋਰ એનર્ਜੀ ਬੂਸਟ ਜਿਹੜਾ ਬਣਾਇਆ ਸੀਗਾ ਉਹ ਵੀ ਤੁਸੀਂ ਵਰਤ ਸਕਦੇ ਹੋ। ਇਹੋ ਜਿਹੀਆਂ ਚੀਜ਼ਾਂ ਤੁਸੀਂ ਵਰਤਦੇ ਰਹੋਗੇ ਤੇ ਫਿਰ ਉਹ ਜਿਹੜੀ ਖਾਂਸੀ ਜ਼ੁਕਾਮ ਉਹ ਘੱਟ ਲੱਗੇਗਾ। ਇੱਕ ਆਪਣੀ ਉਸ ਵੀਡੀਓ ਤੇ ਆਇਆ ਸੀਗਾ ਆਪਾਂ ਨੂੰ ਮੈਸੇਜ ਵੀ ਮੈਡਮ ਸਾਡਾ 7 ਸਾਲ ਦਾ ਬੱਚਾ ਵਾ ਜਿਵੇਂ ਬਾਥਰੂਮ ਉੱਪਰ ਕਰਦਾ ਵਾ ਹਨਾ, ਤੇ ਉਹਦਾ ਤੁਸੀਂ ਦੱਸੋ। ਵੈਸੇ ਮੈਂ ਉਹਨਾਂ ਨੂੰ ਮੈਸੇਜ ਕਰ ਦਿੱਤਾ ਸੀ, ਛੁਹਾਰਾ ਜਿਹੜਾ ਵਾ ਨਾ ਉਹਨੂੰ ਭੁੰਨ ਕੇ ਅੱਗ ਤੇ ਥੋੜਾ ਜਿਹਾ ਸੇਕ ਕੇ ਤੇ ਉਹ ਬੱਚੇ ਨੂੰ ਖਵਾਉਣਾ ਚਾਹੀਦਾ ਵਾ। ਬਾਕੀ ਜਿਹੜਾ ਛੁਹਾਰਾ ਆਪਾਂ ਤੁਹਾਨੂੰ ਦੱਸਿਆ ਉਹ ਤੁਸੀਂ ਅੱਗ ਤੇ ਭੁੰਨਣਾ, ਯਾਨੀ ਕਿ ਜਿਵੇਂ ਚੁੱਲ੍ਹੇ ਤੇ ਅੱਗ ਬਲਦੀ ਹੈ ਨਾ ਤੇ ਅੰਗਿਆਰੀਆਂ ਬਣੀਆਂ ਹੁੰਦੀਆਂ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਉਹਨੂੰ ਭੁੰਨਣਾ ਵਾ ਛੁਹਾਰੇ ਨੂੰ। ਪੁਰਾਣੀਆਂ ਬੀਬੀਆਂ ਕਰਦੀਆਂ ਹੁੰਦੀਆਂ, ਚੁੱਲ੍ਹੇ ਦੇ ਵਿੱਚ ਅੱਗ ਬਲਦੀ ਤੇ ਨਾਲ 2-3 ਛੁਹਾਰੇ ਰੱਖ ਦਿੰਦੀਆਂ ਸੀਗੀਆਂ ਕਿ ਇਹ ਬੱਚਿਆਂ ਨੂੰ ਆਪਾਂ ਦੇਣੇ ਆ, ਚਾਹੇ ਬਜ਼ੁਰਗਾਂ ਨੂੰ ਵੀ ਦਿੱਤੇ ਜਾਂਦੇ ਸੀਗੇ। ਸੋ ਅੱਗ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਗੈਸ ਤੇ ਹੀ ਉਹਨੂੰ ਸਾੜ ਲਓ, ਉਹਦੇ ਨਾਲ ਫਾਇਦੇ ਦੀ ਜਗ੍ਹਾ ਨੁਕਸਾਨ ਹੋਊਗਾ। ਸੋ ਇਸ ਕਰਕੇ ਤੁਸੀਂ ਜਿਹੜੀ ਅੱਗ ਤੇ ਹੀ ਛੁਹਾਰਿਆਂ ਨੂੰ ਭੁੰਨਣਾ। ਤੇ ਪਰ ਜਿਵੇਂ ਉਹਨਾਂ ਨੂੰ ਥੋੜਾ ਜਿਹਾ ਹੋਰ ਬੱਚੇ ਵੱਲ ਧਿਆਨ ਦੇਣਾ ਚਾਹੀਦਾ ਵੀ ਕੋਈ ਵਾਈ ਚੀਜ਼, ਚਾਹੇ ਰਾਤ ਨੂੰ ਜਿਵੇਂ ਦੁੱਧ ਵਗੈਰਾ, ਚਾਹੇ ਠੰਡੀ ਚੀਜ਼, ਚਾਹੇ ਪਾਣੀ ਘੱਟ ਦਾ ਇਸਤੇਮਾਲ ਕੀਤਾ ਜਾਵੇ ਰਾਤ ਬੱਚੇ ਨੂੰ। ਤੇ ਥੋੜਾ ਜਿਹਾ ਇੱਕ ਦਿਮਾਗ ਦਾ ਵੀ ਹੁੰਦਾ ਵਾ ਬੱਚੇ ਨੂੰ, ਪਹਿਲਾਂ ਐ ਨਹੀਂ ਵੀ ਉਹ ਬਾਥਰੂਮ ਕਰਦਾ ਕੱਲੀ ਉਹਦੀ ਬਾਥਰੂਮ ਦੀ ਪ੍ਰੋਬਲਮ ਨਹੀਂ, ਉਹਦੇ ਦਿਮਾਗ ਦੀ ਪ੍ਰੋਬਲਮ ਹੁੰਦੀ ਹੈ ਵੀ ਦਿਮਾਗ ਜਿਹੜਾ ਸੁਸਤ ਹੁੰਦਾ ਜ਼ਿਆਦਾ, ਉਹਦੀ ਦਿਮਾਗ ਦੀ ਚੁਸਤੀ ਵਾਸਤੇ ਕੁਛ ਇਹੋ ਜਿਹੀ ਚੀਜ਼ ਦਿੱਤੀ ਜਾਵੇ ਜਿਹਦੇ ਨਾਲ ਉਹ ਜੇ ਐਕਟਿਵ ਹੋ ਜਾਏ ਉਹਦਾ ਦਿਮਾਗ, ਤੇ ਉਹਨੂੰ ਪਤਾ ਲੱਗੇ ਵੀ ਮੇਰਾ ਬਾਥਰੂਮ ਨਿਕਲਣ ਲੱਗਾ ਵਾ। ਸੋ ਇਸ ਕਰਕੇ ਉਹਨਾਂ ਨੂੰ ਥੋੜਾ ਜਿਹਾ ਆਪਣੇ ਬੱਚੇ ਵੱਲ ਧਿਆਨ ਦੇਣਾ ਚਾਹੀਦਾ। ਚਲੋ ਅੱਜ ਆਪਾਂ ਸ਼ੁਰੂ ਕਰਦੇ ਆਪਾਂ ਕਿਹੜੇ ਮਸਾਲੇ ਲੈਣੇ ਆ ਦਵਾਈ ਬਣਾਉਣ ਵਾਸਤੇ ਤੇ ਕਿੰਨੇ ਕਿੰਨੇ ਮਸਾਲੇ ਲੈਣੇ ਆ। ਤੇ ਪਹਿਲਾਂ ਦੀ ਜਾਣਕਾਰੀ ਦਿੰਨੇ ਆਪਾਂ ਮਸਾਲਿਆਂ ਦੀ। ਇਹ ਜਿਹੜਾ ਸਮਾਨ ਆਪਾਂ ਲੈਣਾ ਜੀ, ਇਹ ਦੇਖੋ ਬਿਲਕੁਲ ਥੋੜਾ ਜਿਹਾ ਸਮਾਨ ਆ। ਬਾਕੀ ਇਹ ਸਮਾਨ ਜਿਹੜਾ ਹਰ ਇੱਕ ਦੀ ਰਸੋਈ ਦੇ ਵਿੱਚ ਘਰੇ ਹੀ ਹੁੰਦਾ। ਆਪਾਂ ਉਹੀ ਚੀਜ਼ ਦੱਸਦੇ ਆ ਜਿਹੜੀ ਚੀਜ਼ ਹਰ ਇੱਕ ਦੀ ਘਰ ਦੀ ਰਸੋਈ ਦੇ ਵਿੱਚ ਹੋਵੇ। ਇਹ ਦੇਖੋ ਲੌਂਗ ਆ, ਇਹ ਆਮ ਹੀ ਸਾਰਿਆਂ ਦੀ ਰਸੋਈਆਂ 'ਚ ਹੁੰਦਾ। ਇਹ ਦੇਖੋ, ਤੇ ਨਾਲ ਹੋ ਗਈ ਇਹ ਕਾਲੀ ਮੱਗ, ਇਹ ਹੋ ਗਈ ਜੀ ਦਾਲਚੀਨੀ, ਇਹ ਮੋਟੀ ਇਲਾਚੀ, ਇਹ ਅਦਰਕ, ਤੇ ਇਹ ਹੋ ਗਈ ਕਾਲੀ ਮਿਰਚ। ਬਸ ਇਹੀ ਮਸਾਲੇ ਆਪਾਂ ਲੈਣੇ ਆ, ਕੋਈ ਜ਼ਿਆਦਾ ਮਸਾਲਿਆਂ ਦੀ ਜ਼ਰੂਰਤ ਨਹੀਂ। ਨਾਲੇ 7ਵੀਂ ਚੀਜ਼ ਹੈਗੀ ਹੈ ਜੀ ਸ਼ਹਿਦ। ਤੇ ਇਹ ਸ਼ਹਿਦ ਤੁਸੀਂ ਕੋਈ ਵੀ ਕੰਪਨੀ ਦਾ ਲੈ ਸਕਦੇ ਹੋ। ਮੈਂ ਡਾਵਰ ਦੀ ਕੰਪਨੀ ਦਾ ਲੈ ਰਹੀ ਹਾਂ। ਬਸ ਇੱਕ ਇਹਦਾ ਨਾਮ ਨਹੀਂ ਆਪਾਂ ਦਿਖਾ ਰਹੇ ਕਿਉਂਕਿ ਕਾਪੀਰਾਈਟ ਆ ਜਾਂਦਾ, ਫਿਰ ਉਸ ਕਰਕੇ ਆਪਾਂ ਜਿਹੜਾ ਇਹਨੂੰ ਪਿਛਲੀ ਸਾਈਡ ਤੇ ਇਹਦਾ ਨਾਮ ਰੱਖਿਆ। ਤੁਸੀਂ ਜਿਹੜਾ ਵੀ ਸ਼ਹਿਦ ਵਰਤਦੇ ਹੋ, ਜੇ ਤੁਹਾਨੂੰ ਪਿਓਰ ਸ਼ਹਿਦ ਮਿਲਦਾ ਤੇ ਸਭ ਤੋਂ ਬੈਸਟ ਆ, ਤੁਸੀਂ ਉਹਦਾ ਇਸਤੇਮਾਲ ਕਰ ਸਕਦੇ ਹੋ। ਆਮ ਹੀ ਤੁਸੀਂ ਸਾਰਿਆਂ ਨੇ ਪਿੰਡਾਂ ਵਾਲਿਆਂ ਨੇ ਸੁਣਿਆ ਹੋਊਗਾ ਵੀ ਜਦੋਂ ਜ਼ਿਆਦਾ ਖਾਂਸੀ ਜ਼ੁਕਾਮ ਵੀ ਹੁੰਦਾ ਵਾ ਤੇ ਬੀਬੀਆਂ ਕਹਿ ਦਿੰਦੀਆਂ ਅਦਰਕ ਦਾ ਪਾਣੀ ਤੇ ਨਾਲ ਸ਼ਹਿਦ ਮਿਲਾ ਕੇ ਦਿਓ ਬੱਚੇ ਨੂੰ, ਤਾਂ ਕਿ ਉਹ ਜਿਹੜਾ ਉੱਥੋਂ ਆਉਂਦਾ ਉਹਦਾ ਬੰਦ ਹੋ ਜੇ। ਸੋ ਇਹ ਜਿਹੜੀ ਸਾਰੀ ਮੈਡੀਸਿਨ ਆਪਾਂ ਬਣਾਉਣੀ ਅੱਜ, ਇਹਦੇ ਵਾਸਤੇ ਆਪਾਂ ਹੁਣ ਮੈਡੀਸਿਨ ਆਪਾਂ ਤੁਹਾਨੂੰ ਸਾਰੇ ਦੱਸ ਦਿੱਤੇ, ਮਸਾਲੇ। ਹੁਣ ਤੁਹਾਨੂੰ ਆਪਾਂ ਕੁਆਂਟੀਟੀ ਦੱਸਦੇ ਆ ਵੀ ਕਿੰਨਾ ਕਿੰਨਾ ਮਸਾਲਾ ਲੈਣਾ। ਦੇਖੋ ਇਹ ਜਿਹਨੇ ਦਾਲਚੀਨੀ ਹੁੰਦੀ ਨਾ ਲੰਬੀ ਜੀ, ਇਹ ਆਪਾਂ ਇੰਨੀ ਜਿਹੜੀ ਟੁਕੜਾ ਤੋੜ ਲਿਆ, ਤੇ ਇਹਦੇ ਨਾਲ ਆਪਾਂ ਪਾਵਾਂਗੇ 2 ਮੋਟੀਆਂ ਇਲਾਚੀਆਂ, ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ 2 ਮਗਾਂ,
ਤੇ 4-5 ਇਹਦੇ ਵਿੱਚ ਪਾ ਦੇਣੇ ਆਪਾਂ ਲੌਂਗ ਤੇ 10-12 ਪਾ ਦੇਣੀਆਂ ਕਾਲੀਆਂ ਮਿਰਚਾਂ ਤੇ ਨਾਲ ਇਹ ਅਦਰਕ ਆਪਾਂ ਉਹਨਾਂ ਲੈਣਾ, ਯਾਨੀ ਕਿ 1 ਚਮਚ ਜਿਹੜਾ ਜਿਵੇਂ ਆਪਾਂ ਖਾਣੇ ਵਾਲਾ ਚਮਚ ਇੱਕ ਭਰ ਕੇ ਇਹਦਾ ਜਿਹੜਾ ਰਸ ਹੋ ਜੇ। ਤੇ ਹੁਣ ਇਹਨੂੰ ਸਾਰੀ ਚੀਜ਼ ਨੂੰ ਆਪਾਂ ਪੀਸ ਕੇ ਫਿਰ ਇਹਨੂੰ ਅੱਗੇ ਆਪਾਂ ਕੀ ਕਰਨਾ ਉਹ ਆਪਾਂ ਤੁਹਾਨੂੰ ਬਾਅਦ ਚ ਮਿਲਦੇ। ਤੇ ਦੇਖੋ ਜੀ ਇਹ ਸਾਰਾ ਸਮਾਨ ਜਿਹੜਾ ਆਪਾਂ ਤੁਹਾਨੂੰ ਦੱਸਿਆ ਸੀਗਾ ਉਹ ਆਪਾਂ ਪੀਸ ਲਿਆਂਦਾ ਤੇ ਨਾਲ ਇਹਨੂੰ ਆਪਾਂ ਥੋੜਾ ਜਿਹਾ ਛਾਣ ਵੀ ਲਿਆ ਤੇ ਨਾਲ ਹੀ ਆਪਾਂ 1 ਚਮਚ ਜਿਹੜਾ ਅਦਰਕ ਦਾ ਪਾਣੀ ਕੱਢ ਲਿਆਏ ਆ। ਹੁਣ ਇਹ ਪਾਣੀ ਦੇ ਵਿੱਚ ਆਪਾਂ ਇਹ ਜਿਹੜਾ 1 ਚਮਚ ਜਿਹੜਾ ਆਪਾਂ ਪੀਸਿਆ ਦੇਖੋ ਇਹ ਪੂਰਾ 1 ਚਮਚ ਹੋ ਜਾਣਾ, ਯਾਨੀ ਕਿ ਸਾਰੇ ਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਮੈਡੀਸਨ। ਨਾਲ ਹੀ ਆਪਾਂ ਪਾਵਾਂਗੇ 1 ਚਮਚ ਭਰ ਕੇ ਇਹਦੇ ਵਿੱਚ ਸ਼ਹਿਦ ਦਾ। ਹੁਣ ਇਹਨੂੰ ਆਪਾਂ ਸਾਰੇ ਨੂੰ ਮਿਕਸ ਕਰ ਲਾਂਗੇ ਤੇ ਜੇ ਤੁਸੀਂ ਬੱਚਿਆਂ ਨੂੰ ਦੇ ਰਹੇ ਹੋ ਤੇ ਫਿਰ ਤੁਸੀਂ ਥੋੜੀ ਜਿਹੀ ਕੁਆਂਟੀਟੀ ਸ਼ਹਿਦ ਦੀ ਵਧਾ ਦੇਣੀ ਹੈ, ਕਿਉਂਕਿ ਬੱਚੇ ਜਿਹੜੇ ਥੋੜੀ ਜਿਹੀ ਕਿਸੇ ਵੇਲੇ ਕੌੜੀ ਚੀਜ਼ ਤੁਹਾਨੂੰ ਪਤਾ ਘੱਟ ਖਾਂਦੇ ਨੇ। ਹੁਣ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਲਾਂਗੇ ਤੇ ਲਓ ਜੀ ਆਪਣੀ ਜਿਹੜੀ ਇਹ ਖਾਂਸੀ ਜ਼ੁਕਾਮ ਵਾਲੀ ਜਿਹੜੀ ਮੈਡੀਸਿਨ ਹੈ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ। ਦੇਸੀ ਦਵਾਈ ਜਿਹੜੀ ਆਪਾਂ ਘਰੇ ਤਿਆਰ ਕੀਤੀ ਆ। ਦੇਖ ਲਓ ਇੰਨਾ ਕੁ ਟਾਈਮ ਲੱਗਣਾ ਵੀ ਜਿੰਨਾ ਕੁ ਟਾਈਮ ਤੁਸੀਂ ਸਕੂਟਰ ਮੋਟਰਸਾਈਕਲ ਸਟਾਰਟ ਕਰੋਗੇ ਫਿਰ ਤੁਸੀਂ ਡਾਕਟਰ ਕੋਲ ਜਾਓਗੇ ਉੱਥੇ ਲੈਣਾ 'ਚ ਲੱਗਣਾ ਪੈਂਦਾ, ਉੱਥੇ ਤੇ ਬਾਹਲਾ ਟਾਈਮ ਲੱਗਦਾ। ਪਰ ਇਹ ਮੋਟਰਸਾਈਕਲ ਸਕੂਟਰ ਸਟਾਰਟ ਕਰਦਿਆਂ ਹੀ ਤੁਸੀਂ ਇਹ ਜਿਹੜੀ ਦਵਾਈ ਆ ਬਣਾ ਸਕਦੇ ਹੋ। ਬਸ ਇੰਨਾ ਵੀ ਮਸਾਲੇ ਜਿਹੜੇ ਆਪਾਂ ਤੁਹਾਨੂੰ ਦੱਸੇ ਉਹ ਤੁਸੀਂ ਲੈਣੇ ਆ। ਬਾਕੀ ਤੁਸੀਂ ਜਿਵੇਂ ਆਪਾਂ ਆਮਣੀ ਬੀਬੀਆਂ ਘਰੇ ਚਾਹ ਦਾ ਮਸਾਲਾ ਪੀਸ ਕੇ ਰੱਖਦੀਆਂ ਤੇ ਤੁਸੀਂ ਇਹ ਜਿਹੜੀ ਕੁਆਂਟੀਟੀ ਸਾਰੀ ਜਿਵੇਂ ਆਪਾਂ ਤੁਹਾਨੂੰ ਦੱਸੀ ਉਹਨੂੰ ਵਧਾ ਕੇ ਥੋੜਾ ਜਿਹਾ ਤੇ ਤੁਸੀਂ ਉਸ ਚੀਜ਼ ਨੂੰ ਪੀਸ ਕੇ ਵੀ ਮਸਾਲੇ ਨੂੰ ਰੱਖ ਸਕਦੇ ਹੋ। ਤੁਸੀਂ ਤਾਜ਼ਾ ਅਦਰਕ ਦਾ ਪਾਣੀ ਕੱਢ ਕੇ ਤੇ ਉਹਨੂੰ ਮਿਕਸ ਕਰਕੇ ਇਦਾਂ ਦਿਨੇ ਰਾਤ ਅੱਧੀ ਰਾਤ ਵੀ ਜੇ ਕਿਤੇ ਬੱਚੇ ਨੂੰ ਜ਼ਿਆਦਾ ਖਾਂਸੀ ਆਉਂਦੀ ਹੈ ਤੇ ਤੁਸੀਂ ਇਹ ਬੱਚੇ ਨੂੰ ਦੇ ਸਕਦੇ ਹੋ। ਹੁਣ ਤੁਸੀਂ ਤੁਹਾਡੇ ਦਿਮਾਗ 'ਚ ਸਵਾਲ ਇਹ ਆਉਂਦਾ ਹੋਊਗਾ ਵੀ ਮੈਡਮ ਇਹ ਬੱਚਿਆਂ ਨੂੰ ਕੁਆਂਟੀਟੀ ਕਿੰਨੀ ਦੇਣੀ ਹੈ ਤੇ ਸਿਆਣੇ ਨੇ ਕਿੰਨੀ ਖਾਣੀ ਹੈ ਮੈਡੀਸਿਨ, ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਇਹ ਦਵਾਈ ਜਿਹੜੀ ਆਪਾਂ ਇਸਤੇਮਾਲ ਕਿਸ ਤਰ੍ਹਾਂ ਕਰਨੀ ਆ। ਵੀ ਜਿਹੜਾ 10 ਸਾਲ ਤੋਂ ਛੋਟਾ ਬੱਚਾ ਉਹਨੂੰ ਚਮਚ ਦਾ ਚੌਥਾ ਹਿੱਸਾ ਤੁਸੀਂ ਇੰਨਾ ਕੁ, ਯਾਨੀ ਕਿ ਹੁਣ ਚਮਚ ਤੇ ਮੇਰਾ ਜ਼ਿਆਦਾ ਲਿਬੜਿਆ ਹੋਇਆ, ਚੌਥਾ ਹਿੱਸਾ ਯਾਨੀ ਕਿ ਜਿਹੜਾ ਚਮਚ ਦਾ ਉਹ ਤੁਸੀਂ 3 ਟਾਈਮ ਉਹਨੂੰ ਦੇ ਸਕਦੇ ਹੋ। ਜੇ ਜ਼ਿਆਦਾ ਪ੍ਰੋਬਲਮ ਆ ਨਹੀਂ ਤੇ ਤੁਸੀਂ 2 ਟਾਈਮ ਵੀ ਉਹਦਾ ਇਸਤੇਮਾਲ ਕਰ ਸਕਦੇ ਹੋ। ਤੇ ਇਹਨੂੰ ਜਿਹੜਾ ਦਵਾਈ ਨੂੰ ਸਿਰਫ ਚਟਾਉਣਾ ਹੁੰਦਾ ਵਾ। ਜੇ ਬਹੁਤਾ ਬੱਚਾ ਤੁਹਾਡੀ ਜਿੱਦ ਕਰ ਰਿਹਾ ਤੇ ਥੋੜਾ ਜਿਹਾ ਕੋਸਾ ਪਾਣੀ ਤੁਸੀਂ ਦੇਣਾ, ਦਵਾਈ ਤੁਸੀਂ ਕੁਝ ਵੀ ਇਹਦੇ ਨਾਲ ਇਸਤੇਮਾਲ ਨਹੀਂ ਕਰਨਾ। ਤੇ ਜਿਹੜੇ ਸਿਆਣੇ ਆ ਉਹ ਅੱਧਾ ਚਮਚ ਜਿਹੜਾ 3 ਟਾਈਮ ਇਸਤੇਮਾਲ ਕਰ ਸਕਦੇ ਆ। ਜੇ ਜ਼ਿਆਦਾ ਦਿੱਕਤ ਹੈ ਤਾਂ ਤੁਸੀਂ ਪੂਰੇ ਚਮਚ ਦਾ ਵੀ ਇਸਤੇਮਾਲ ਕਰ ਸਕਦੇ ਹੋ। ਗੱਲ ਇਹ ਵੀ ਆਪਾਂ ਆਪਣੀ ਬਾਡੀ ਦੀ ਹੁੰਦੀ ਆ, ਕੋਈ ਜਿਹੜੀ ਤਸੀਰ ਗਰਮ ਜ਼ਿਆਦਾ ਬਰਦਾਸ਼ਤ ਕਰ ਲੈਂਦੀ ਆ ਬਾਡੀ, ਕੋਈ ਨਹੀਂ ਕਰਦੀ। ਪਰ ਇਹਨਾਂ ਬੱਚੇ ਦੀ ਕੁਆਂਟੀਟੀ ਆਪਾਂ ਤੁਹਾਨੂੰ ਦੱਸ ਦਿੱਤੀ ਆ ਵੀ ਬੱਚੇ ਨੂੰ ਆਪਾਂ ਕਿੰਨੀ ਇਹ ਦਵਾਈ ਦੇਣੀ ਆ। ਜਿਵੇਂ ਆਪਾਂ ਸ਼ਹਿਦ ਚਟਾਉਣੇ ਛੋਟੇ ਬੱਚਿਆਂ ਨੂੰ ਉਸ ਤਰ੍ਹਾਂ ਤੁਸੀਂ ਉਂਗਲ ਦੇ ਨਾਲ ਥੋੜੀ ਜਿਹੀ ਲਾ ਕੇ ਚਟਾ ਸਕਦੇ ਹੋ। ਗੱਲ ਇਹ ਵੀ ਆਪਾਂ ਲੋਕਾਂ ਨੂੰ ਸਿੱਧੇ ਰਾਹ ਪਾ ਰਹੇ ਹਾਂ, ਲੋਕਾਂ ਦੀ ਆਪਾਂ ਹੈਲਪ ਕਰ ਰਹੇ ਹਾਂ। ਕਿਸੇ ਵੇਲੇ ਬੱਚੇ ਨੂੰ ਜ਼ਿਆਦਾ ਦਿੱਕਤ ਹੋਵੇ ਉਹ ਸਿਰਫ ਇਹ ਮੈਡੀਸਿਨ ਨੂੰ ਹੀ ਜਿਹੜੀ ਇਸਤੇਮਾਲ ਕਰਦੇ ਰਹਿਣ, ਫਿਰ ਉਹ ਸਾਡੇ ਤੇ ਬਲੇਮ ਦੇਣਗੇ ਕਿ ਮੈਡਮ ਤੁਹਾਡੀ ਮੈਡੀਸਿਨ ਦਿੱਤੀ ਸੀ ਬੱਚੇ ਦੀ ਪ੍ਰੋਬਲਮ ਜਿਹੜੀ ਜ਼ਿਆਦਾ ਵੱਧ ਗਈ ਆ। ਇਹ ਆਪਾਂ ਤੁਹਾਨੂੰ ਜਿਵੇਂ ਉਸ ਦਿਨ ਆਪਣੇ ਵੈਦ ਨੇ ਵੀ ਦੱਸਿਆ ਵੀ ਸ਼ੁਰੂਆਤੀ ਲੱਛਣ ਜਿਹੜੇ ਜ਼ਿਆਦੇ ਆ, ਚਾਹੇ ਜਿਹੜੀ ਖੰਘ ਜ਼ੁਕਾਮ ਸਟਾਰਟ ਹੋਈ ਆ ਤੁਹਾਨੂੰ ਜਿਹਦੇ ਵਾਸਤੇ ਤੁਸੀਂ ਡਾਕਟਰਾਂ ਕੋਲ ਜਾਂਦੇ ਹੋ ਉਹਦੇ ਵਾਸਤੇ ਆਪਾਂ ਮੈਡੀਸਿਨ ਬਣਾਈ ਆ। ਤੇ ਭੈਣਾਂ ਬੀਬੀਆਂ ਨੂੰ ਸਾਰੀਆਂ ਨੂੰ ਮੇਰੀਆਂ ਇਹੀ ਸਲਾਹ ਵਾ ਕਿ ਤੁਸੀਂ ਇਹ ਜਿਹੜੀ ਦਵਾਈ ਆ ਸਰਦੀ ਚੜ੍ਹਦੇ ਹੀ ਬਣਾ ਕੇ ਰੱਖੋ ਤੁਸੀਂ। ਬਾਕੀ ਹਫਤਾ 1.5 ਹਫਤਾ ਤੇ ਜਿਹੜੀ ਇਹ ਮੈਡੀਸਿਨ ਖਰਾਬ ਨਹੀਂ ਹੁੰਦੀ ਤੇ ਪਰ ਮੇਰੀ ਸਲਾਹ ਵਾ ਕਿ ਤੁਸੀਂ ਇਹਨੂੰ ਸਾਰੀ ਦਵਾਈ ਨੂੰ ਬਣਾ ਕੇ ਰੱਖੋ, ਮਸਾਲੇ ਨੂੰ ਬਣਾ ਕੇ ਰੱਖੋ। ਸ਼ਾਇਦ ਜਿਹੜਾ ਆਮ ਹੀ ਸਾਰਿਆਂ ਦੇ ਘਰਾਂ 'ਚ ਹੁੰਦਾ ਵਾ ਤੇ ਅਦਰਕ ਦਾ ਪਾਣੀ ਜਿਹੜਾ ਉਹ ਤਾਜ਼ਾ ਕੱਢ ਕੇ ਉਸੇ ਟਾਈਮ ਤੁਸੀਂ ਇਹਨੂੰ ਮਿਕਸ ਕਰਕੇ ਜਿਹੜਾ ਬਣਾ ਕੇ ਇਹ ਬੱਚਿਆਂ ਨੂੰ ਵੀ ਦੇ ਸਕਦੇ ਹੋ ਦਿਨੇ ਰਾਤ। ਕਿਸੇ ਵੇਲੇ ਹੁਣ ਪਿੰਡਾਂ ਦੇ ਵਿੱਚ ਆਪਾਂ ਸ਼ਹਿਰੇ ਵਾਲੇ ਤੇ ਭੱਜੇ ਜਾਂਦੇ ਨਾ, ਕਿਸੇ ਵੇਲੇ ਪਿੰਡਾਂ 'ਚ ਅਸੀਂ ਪਹਿਲਾਂ ਰਹੇ, ਸਾਨੂੰ ਪਤਾ ਵੀ ਡਾਕਟਰ ਦੀਆਂ ਦੁਕਾਨਾਂ ਬੰਦ ਹੁੰਦੀਆਂ, ਉਧਰੋਂ ਬੱਚੇ ਨੂੰ ਖਾਂਸੀ ਜ਼ੁਕਾਮ ਜ਼ਿਆਦਾ ਹੋਇਆ ਹੁੰਦਾ, ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ, ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ। ਉਸ ਟਾਈਮ ਤੇ ਤੁਸੀਂ ਇਹੋ ਜਿਹੀਆਂ ਜਿਹੜੀਆਂ ਦਵਾਈਆਂ ਓਟ-ਪੋਟ ਬੱਚਿਆਂ ਦੇ ਨਾਲ ਕਰ ਸਕਦੇ ਹੋ ਤਾਂ ਕਿ ਉਹਨਾਂ ਦੀ ਦਿੱਕਤ ਵਧੇ ਨਾ। ਸੋ ਇਹ ਆਪਾਂ ਜਿਹੜੀ ਦਵਾਈ ਤੁਹਾਨੂੰ ਬਣਾ ਕੇ ਦੱਸ ਦਿੱਤੀ ਹੈ ਦੇਸੀ। ਤੇ ਹੁਣ ਤੁਸੀਂ ਮੈਨੂੰ ਇਹ ਕਮੈਂਟ ਕਰਕੇ ਦੱਸਿਓ ਜੇ ਕਿ ਤੁਹਾਨੂੰ ਸਾਡੀ ਇਹ ਜਿਹੜੀ ਅੱਜ ਆਪਾਂ ਘਰੇ ਦੇਸੀ ਦਵਾਈ ਬਣਾਈ ਆ ਉਹ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਹੈ। ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦੱਬ ਕੇ ਕਰ ਦਿਆ ਕਰੋ। ਬਾਕੀ ਇਹ ਜਾਣਕਾਰੀ ਵਾਲੀ ਵੀਡੀਓ ਆਪਾਂ ਅੱਜ ਕੱਲ ਫੇਸਬੁੱਕ ਤੇ ਵੀ ਪਾ ਰਹੇ ਹਾਂ, ਤੁਸੀਂ ਮੇਰੇ ਫੇਸਬੁੱਕ ਪੇਜ ਨੂੰ ਵੀ ਲਾਈਕ ਕਰਨਾ। ਮੇਰਾ ਫੇਸਬੁੱਕ ਪੇਜ ਜਿਹੜਾ ਵਾ ਰੂਪ ਬਲੌਗਰ ਨਾਮ ਤੇ ਹੀ ਹੈਗਾ। ਬਾਕੀ ਆਈਡੀ ਆਪਾਂ ਮੈਂਸ਼ਨ ਜਿਹੜੀ ਵੀਡੀਓ ਦੇ ਨੀਚੇ ਕਰ ਦਾਂਗੇ। ਤੇ ਬਾਕੀ ਜਿਹੜੀਆਂ ਕਾੜੇ ਵਾਲੀਆਂ ਆਪਾਂ ਵੀਡੀਓ ਤੁਹਾਨੂੰ ਦੱਸੀ ਆ, ਚਾਹੇ ਜਿਵੇਂ ਆਪਾਂ ਦੋਧੀ ਵਾਲੀ ਦੱਸੀ ਹੈ ਵੀਡੀਓ, ਕਿਉਂਕਿ ਕਈ ਭੈਣਾਂ ਭਰਾ ਕਹਿ ਦਿੰਦੇ ਨੇ ਕਿ ਮੈਡਮ ਸਾਨੂੰ ਲੱਭਦੀ ਨਹੀਂ, ਕਿਉਂਕਿ ਜਿਹੜੀਆਂ ਮੇਰੇ ਨਾਲ ਜੁੜੀਆਂ ਨਾ ਬੀਬੀਆਂ ਭੈਣਾਂ ਜਿਹੜੀਆਂ ਚੰਗਾ ਲੱਗਦਾ ਜਿਨ੍ਹਾਂ ਨੂੰ ਪੁਰਾਣਾ ਕਲਚਰ ਮੈਂ ਵਿਖਾਉਣੀ ਆ ਤੇ ਜਿਹੜਾ ਉਹ ਖੁਦ ਕਰਦੀਆਂ ਰਹੀਆਂ, ਉਹ ਜ਼ਿਆਦੀਆਂ ਬੀਬੀਆਂ ਭੈਣਾਂ ਜਦੋਂ ਕਿਤੇ ਮਿਲਦੀਆਂ ਕਹਿੰਦੀਆਂ ਵੀ ਪੁੱਤ ਸਾਨੂੰ ਸਮਝ ਨਹੀਂ ਲੱਗਦੀ ਵੀ ਤੂੰ ਕਿਹੜੀ ਵੀ ਉਹ ਕਹਿ ਦਿੰਦੀ ਆ ਵੀ ਵੀਡੀਓ ਕੱਢ ਕੇ ਵੇਖ ਲਓ। ਸੋ ਆਪਾਂ ਅੱਜ ਕੱਲ ਇਹ ਕੀਤਾ ਹੈਗਾ ਵੀ ਜਿਹੜੀ ਆਪਾਂ ਵੀਡੀਓ ਪਾਉਂਦੇ ਆ ਉਹਦੇ ਨਾਲ ਦੀਆਂ ਜਿਹੜੀਆਂ ਸੰਬੰਧਿਤ ਵੀਡੀਓ ਹੁੰਦੀਆਂ ਉਹਦੀ ਆਪਾਂ ਐਂਡ ਸਕਰੀਨ ਜਿਹੜੀ ਆ ਵੀਡੀਓ ਦੇ ਪਿੱਛੇ ਲਾ ਦਿੰਦੇ ਆ। ਸੋ ਵੀਡੀਓ ਦੇ ਪਿੱਛੇ ਆਪਾਂ ਐਂਡ ਸਕਰੀਨ ਵੀ ਉਹਨਾਂ ਸਾਰੀਆਂ ਵੀਡੀਓ ਦੀਆਂ ਲਾ ਦਾਂਗੇ। ਵੀਡੀਓ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਤੇ ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਆ ਜੀ ਮੇਰੇ ਚੈਨਲ ਰੂਪ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ।
ਹੁਣ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਹਾਂ ਜੀ ਐਂਡ। ਮਿਲਦੇ ਹਾਂ ਇੱਕ ਨਵੀਂ ਜਾਣਕਾਰੀ ਵਾਲੀ ਵੀਡੀਓ 'ਚ, ਤਦ ਤੱਕ ਲਈ ਬਾਏ।